वक्त रात दे 12:37। दो लोग एक नौजवान नूं गले तो फड़ के खिंचदे नजर आ रहे ने, एक तो थप्पड़ भी मारते ने। उस वेले सफेद कपड़े पाए हुए एक मुंडा अपने दोस्त नूं बचाउण आंदा है, पर बदमाश उसनूं भी मारना शुरू कर दिंदे ने, जिस तो बाद वो डर के उथों चला जांदा है। वक्त रात दे 12:38। मौके ते मौजूद दो लोग नौजवान नूं कुੱਟਣਾ शुरू कर दिंदे ने। उस वेले दो लोग होर आउंदे ने ਅਤੇ ਆਉਂਦੇ ਹੀ ਨੌਜਵਾਨ ਤੇ ਟੁੱਟ ਪੈਂਦੇ ਨੇ। ਇਸ ਤੋਂ ਬਾਅਦ ਤਿੰਨ ਲੋਕ ਨੌਜਵਾਨ ਨੂੰ ਫੜ ਲੈਂਦੇ ਨੇ ਅਤੇ ਚੌਥਾ ਸ਼ਖਸ ਨੌਜਵਾਨ ਉੱਤੇ ਮੁੱਕੇ ਵਰਾਉਂਦਾ ਹੈ ਅਤੇ ਫਿਰ ਇੱਕ-ਇੱਕ ਕਰਕੇ ਸਾਰੇ ਨੌਜਵਾਨ ਤੇ ਕਹਿ ਹਟਾਉਂਦੇ ਨੇ। ਇਸ ਵਿਚਾਲੇ ਪੀੜਤ ਦਾ ਦੋਸਤ ਮੁੜ ਤੋਂ ਉਸ ਨੂੰ ਬਚਾਉਣ ਦੇ ਲਈ ਆਉਂਦਾ ਹੈ, ਪਰ ਬਦਮਾਸ਼ਾਂ ਦੇ ਸਿਰ ਤੇ ਤਾਂ ਮਨੋਂ ਖੂਨ ਸਵਾਰ ਸੀ। ਦਰਿੰਦਿਆਂ ਨੇ ਉਸ ਦੀ ਇੱਕ ਨਹੀਂ ਸੁਣੀ ਅਤੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਡਰ ਦੇ ਮਾਰੇ ਉੱਥੋਂ ਭੱਜ ਗਿਆ। की लत्तां की मुक्के बदमाशां ने हर मुमकिन तरीके नाल उसनूं कुੱਟਿਆ ਅਤੇ उस वेले तक कुੱਟਿਆ ਜਦੋਂ तक नौजवान बेहोश नहीं हो गया। पर बदमाशां दा मन हुण भी नहीं भरिया। हुण वक्त हो चुका सी 12:40। नौजवान बेहोश पिया सी ਅਤੇ ਉਸ ਦੇ ਨੇੜੇ ਇੱਕ ਬਾਈਕ ਖੜੀ ਸੀ। ਉਸ ਵੇਲੇ ਕਾਲੇ ਕੱਪੜਿਆਂ ਵਿੱਚ ਨਜ਼ਰ ਆ ਰਿਹਾ ਬਦਮਾਸ਼ ਆਇਆ ਅਤੇ ਉਸਨੇ ਨੌਜਵਾਨ ਉੱਤੇ ਬਾਈਕ ਸੁੱਟ ਦਿੱਤੀ ਅਤੇ ਫਿਰ ਪੀੜਤ ਦੇ ਚਿਹਰੇ ਉੱਤੇ ਬਾਰ-ਬਾਰ ਲੱਤਾਂ ਮਾਰਦਾ ਰਿਹਾ। ਇਹੀ ਨਹੀਂ, ਦਰਿੰਦਗੀ ਦੀ ਇੰਤਹਾ ਤਾਂ ਇਹ ਹੈ ਕਿ ਮੁਲਜ਼ਮ ਨੇ ਪੀੜਤ ਦੇ ਚਿਹਰੇ ਉੱਤੇ ਪਿਸ਼ਾਬ ਕਰ ਦਿੱਤਾ। ਵਕਤ ਰਾਤ ਦੇ 12:43। ਸਾਰੇ ਬਦਮਾਸ਼ ਆਪਣੀ ਬੈਲਟ ਉਤਾਰਦੇ ਨੇ ਅਤੇ ਨੌਜਵਾਨ ਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੰਦੇ ਨੇ, ਇੱਥੋਂ ਤੱਕ ਕਿ ਪੀੜਤ ਦੇ ਕੱਪੜੇ ਵੀ ਉਤਾਰ ਦਿੰਦੇ ਨੇ। ਲੂ ਕੰਢੇ ਖੜੇ ਕਰਨ ਵਾਲੀਆਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਕਿਸੇ ਦੀ ਵੀ ਰੂਹ ਕੰਬ ਸਕਦੀ ਹੈ, ਪਰ ਉਹਨਾਂ ਲੋਕਾਂ ਦੇ ਸਿਰ ਤੇ ਅਜਿਹਾ ਜਨੂਨ ਸਵਾਰ ਸੀ ਕਿ ਉਹਨਾਂ ਨੇ ਕਿਸੇ ਦੇ ਦਰਦ ਦਾ ਉਹਨਾਂ ਨੂੰ ਜ਼ਰਾ ਵੀ ਅਹਿਸਾਸ ਨਹੀਂ ਹੋ ਸਕਿਆ ਸੀ। ਪਰ ਸਵਾਲ ਇਹ ਹੈ ਕਿ ਆਖਰ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਣ ਵਾਲੇ ਉਹ ਬਦਮਾਸ਼ ਕੌਣ ਸਨ ਤੇ ਕਿਉਂ ਉਹਨਾਂ ਨੇ ਇਨਸਾਨੀਅਤ ਦੀਆਂ ਹੱਦਾਂ ਨੂੰ ਪਾਰ ਕਰ ਦਿੱਤਾ। ਇਹ ਰਿਪੋਰਟ ਵੇਖੋ, ਤੁਹਾਡੇ ਜ਼ਿਹਨ 'ਚ ਆਉਣ ਵਾਲੇ ਹਰ ਸਵਾਲ ਦਾ ਜਵਾਬ ਤੁਹਾਨੂੰ ਮਿਲ ਜਾਏਗਾ। ਜਿਨ੍ਹਾਂ ਤਸਵੀਰਾਂ ਨੇ ਇਨਸਾਨੀਅਤ ਨੂੰ ਕੀਤਾ ਸ਼ਰਮਸਾਰ, ਜਿਨ੍ਹਾਂ ਤਸਵੀਰਾਂ ਨੇ ਬੇਰਹਿਮੀ ਦੀਆਂ ਹੱਦਾਂ ਨੂੰ ਕੀਤਾ ਪਾਰ, ਉਹਨਾਂ ਤਸਵੀਰਾਂ ਦੇ ਪਿੱਛੇ ਸੀ ਮਾਮੂਲੀ ਵਜ੍ਹਾ। ਇੱਕ ਬੀੜੀ ਨੇ ਬਣਾਇਆ ਨੌਜਵਾਨ ਨੂੰ ਬਦਮਾਸ਼। ਜੀ ਹਾਂ, ਫਰੀਦਾਬਾਦ ਦੇ ਇਸ ਹੋਟਲ ਦੇ ਬਾਹਰ ਕੁੱਟਮਾਰ ਦੀ ਵਜ੍ਹਾ ਬਣੀ ਸੀ ਇੱਕ ਬੀੜੀ। ਪੀੜਤ ਨੌਜਵਾਨ ਅਕਸ਼ੇ ਭੰਡਾਰੀ ਰਾਤ ਦੇ ਵੇਲੇ ਇੱਕ ਸ਼ਖਸ ਤੋਂ ਬੀੜੀ ਮੰਗਣ ਆਇਆ। ਬੀੜੀ ਨਾ ਮਿਲਣ ਤੇ ਉਹਨਾਂ ਦੋਹਾਂ ਦੇ ਵਿਚਾਲੇ ਤਕਰਾਰ ਹੋਈ ਅਤੇ ਫਿਰ ਦੂਜੇ ਸ਼ਖਸ ਦੇ ਕੋਈ ਸਾਥੀ ਹੋਟਲ ਤੋਂ ਨਿਕਲੇ ਅਤੇ ਅਕਸ਼ੇ ਤੇ ਜਾਨਵਰਾਂ ਦੇ ਵਾਂਗੂ ਟੁੱਟ ਪਏ। 5 ਤੋਂ 10 ਮਿੰਟਾਂ 'ਚ ਉਹਨਾਂ ਲੋਕਾਂ ਨੇ ਅਕਸ਼ੇ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਕਿ ਉਹ ਅਧਮਰਿਆ ਹੋ ਗਿਆ। मैंने बोला भैया मत मारो, छोड़ो, रहने दो। उसने कहा नहीं, इसने मेरे को गाली दी है, गलौज किया, जो भी किया। फिर उस बंदे ने अंदर से 2 बंदे और बुला लिए, इस होटल से 2 बंदे और निकाल दिए। फिर उनको दबा के मारा पीटा बहुत और नंगा कर दिया। फिर कह रहा तू यहाँ से भाग जा। फिर मैंने 100 नंबर पे फ़ोन किया, बोला कि भाई ऐसे ऐसे बात हो गई है। तो 100 नंबर वाले कह रहे हैं कि अगर तेरे को ज़्यादा जल्दी हो रही है, 3-4 बार मिलाया, तेरे को ज़्यादा जल्दी हो रही है तो तू जाके खुद बचा ले उसको। ਅਦਮੋਈ ਹਾਲਤ ਵਿੱਚ ਪੀੜਤ ਨੌਜਵਾਨ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਅਤੇ ਹੁਣ ਪੀੜਤ ਦਾ ਪਰਿਵਾਰ ਆਪਣੇ ਪੁੱਤਰ ਦੇ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ। ऐसे जी मैं तो घर में था, लड़का यहाँ था, 4-5 लड़कों ने उसको मारा, बहुत अच्छी रतबियत से मारा उन्होंने। ऐसी नहीं, वो पुलिस केस अभी कर नहीं रही है, ऐसी क्या पुलिस केस करे, बस हमें ये है कि उनको सजा मिलनी चाहिए बस। ਕੁਝ ਲੋਕ ਦੇਰ ਰਾਤ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਰਹੇ ਅਤੇ ਪੁਲਿਸ ਤੇ ਵੀਲੇ ਰਹਿੰਦੇ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ। ਹਾਲਾਂਕਿ ਪੁਲਿਸ ਨੇ 3 ਮੁਲਜ਼ਮਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ, ਪਰ ਇੱਕ ਮੁਲਜ਼ਮ ਹਾਲੇ ਵੀ ਫਰਾਰ ਹੈ। ये 4 आदमियों के खिलाफ मुकदमा दर्ज हुआ है, जिनमें से 3 आदमियों को हमने गिरफ्तार कर लिया है, बट लेकर आए हैं, पूछताछ इनसे कर रहे हैं। ਜੋ ਲੋਕ ਇੱਕ ਨੌਜਵਾਨ ਨੂੰ ਇਕੱਲਾ ਪਾ ਕੇ ਇੰਨੀ ਬੇਰਹਿਮੀ ਨਾਲ ਕੁੱਟਦੇ ਰਹੇ, ਉਸ ਦੇ ਉੱਪਰ ਜ਼ੁਲਮ ਢਾਉਂਦੇ ਰਹੇ, ਹੁਣ ਪੁਲਿਸ ਦੇ ਹੱਥੇ ਚੜਨ ਤੋਂ ਬਾਅਦ ਆਪਣੇ ਇਸ ਗੁਨਾਹ ਨੂੰ ਗਲਤੀ ਦੱਸ ਰਹੇ ਨੇ ਅਤੇ ਉਸ ਦੇ ਲਈ ਮੁਆਫੀ ਮੰਗ ਰਹੇ ਨੇ। ऐसा कुछ नहीं है सर, कोई ना हमारा कोई झगड़ा करने वाले हैं, दुकानदार हैं मार्केट के, कोई ऐसे हमारा कोई काम नहीं है। इतनी बुरी तरह से बस वो गलती हो गई सर जुनून में उस टाइम, मैंने नहीं किया सर। अफसोस है गलती पे? बहुत अफसोस है भाई साहब, ज़िंदगी में कभी किसी तरह की शिकायत का मौका नहीं मिलेगा साहब। बिल्कुल जो गलत हो गया था, आज के बाद कभी ऐसा नहीं होगा। हम काम धंधे वाले आदमी हैं,
इत्तेफाक से गलत हो गया। इस तरह से इतनी बेरहमी? आज के बाद सर ऐसा कभी नहीं होगा। हमारे शहर के लिए बदनामी। भाई क्यों थप्पड़ मारा था उसने सर, 2-3 थप्पड़ मार दिए थे, 3-4 लड़के थे। गलती हो गई सर, आज के बाद कभी नहीं होगी। ਮੁਲਜ਼ਮ ਭਾਵੇਂ ਹੀ ਆਪਣੇ ਕੀਤੇ ਤੇ ਸ਼ਰਮਿੰਦਗੀ ਜ਼ਾਹਰ ਕਰ ਰਹੇ ਹੋਣ, ਪਰ ਸਵਾਲ ਇਹ ਹੈ ਕਿ ਮੁਲਜ਼ਮਾਂ ਦਾ ਪਛਤਾਵਾ ਉਸ ਨੌਜਵਾਨ ਦੇ ਜ਼ਖਮ ਭਰ ਸਕਦਾ ਹੈ ਕਿ ਇਹਨਾਂ ਦੇ ਮਗਰਮੱਛ ਵਾਲੇ ਹੰਝੂ ਉਸ ਦਰਦ ਦਾ ਹਿਸਾਬ ਦੇ ਸਕਦੇ ਨੇ ਜੋ ਗੁੱਸੇ ਵਿੱਚ ਆ ਕੇ ਇਹਨਾਂ ਲੋਕਾਂ ਨੇ ਉਸ ਨੌਜਵਾਨ ਨੂੰ ਦਿੱਤੇ ਨੇ ਕਿ ਇਸ ਦੇ ਨਾਲ ਉਸ ਦੇ ਪਰਿਵਾਰ ਤੇ ਆਈ ਮੁਸੀਬਤ ਨੂੰ ਟਾਲਿਆ ਜਾ ਸਕਦਾ ਹੈ। ਵਿਨੋਦ ਮਿੱਤਲ, ਜ਼ੀ ਮੀਡੀਆ, ਫਰੀਦਾਬਾਦ। ਛੋਟੀ ਜੀ ਗੱਲ ਤੇ ਕਿਸੇ ਦੀ ਜਾਨ ਦਾ ਦੁਸ਼ਮਣ ਬਣ ਜਾਣਾ ਇਹ ਜਿਵੇਂ ਅੱਜ ਕੱਲ੍ਹ ਦੀ ਰਵਾਇਤ ਬਣ ਚੁੱਕੀ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਰੋਹਤਕ ਵਿੱਚ ਵੀ ਮਾਮੂਲੀ ਤਕਰਾਰ ਦਾ ਬਦਲਾ ਲੈਣ ਲਈ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ। ਇਹ ਹਰਿਆਣਾ ਏ। ਗੱਲ-ਗੱਲ ਉੱਤੇ ਗੋਲੀ ਚਲਾਉਣਾ ਤਾਂ ਜਿਵੇਂ ਇੱਥੇ ਦਾ ਫੈਸ਼ਨ ਬਣ ਚੁੱਕਾ ਹੈ, ਜਿਸ ਦਾ ਨਤੀਜਾ ਕਦੇ ਕਿਸੇ ਦੀ ਮੌਤ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਤਾਂ ਕਦੇ ਕੋਈ ਹਸਪਤਾਲ ਦੇ ਬਿਸਤਰ ਉੱਤੇ ਪਹੁੰਚ ਜਾਂਦਾ ਹੈ। ਰੋਹਤਕ ਦੇ ਬਹੁ ਅਕਬਰਪੁਰ ਪਿੰਡ ਵਿੱਚ ਵੀ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ 3 ਲੋਕਾਂ ਨੂੰ ਗੋਲੀ ਲੱਗਣ ਦੀ ਵਜ੍ਹਾ ਨਾਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਦਰਅਸਲ ਮਨਜੀਤ ਨਾਮ ਦੇ ਇੱਕ ਸ਼ਖਸ ਦੇ ਘਰ ਉਸਦੇ ਕੁਝ ਦੋਸਤ ਮਿਲ ਕੇ ਤਾਸ਼ ਖੇਡ ਰਹੇ ਸਨ ਕਿ ਅਚਾਨਕ ਇੱਕ ਦਰਜਨ ਦੀ ਤਾਦਾਦ ਵਿੱਚ ਆਏ ਬਦਮਾਸ਼ਾਂ ਨੇ ਉਹਨਾਂ ਉੱਤੇ ਹਮਲਾ ਬੋਲ ਦਿੱਤਾ ਅਤੇ ਅੰਨ੍ਹੇਵਾਹ ਗੋਲੀਆਂ ਵਰਾ ਦਿੱਤੀਆਂ, ਜਿਸ ਤੋਂ ਬਾਅਦ 3 ਲੋਕ ਜ਼ਖਮੀ ਹੋ ਗਏ। ਝਗੜੇ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ ਅਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। तो वहाँ बैठा था अपने बैठक का गया और वहाँ कुछ आए शरारती तो उन्हें आते किसी वहाँ बैठा था उस आदमी के साथ झगड़ा करे। हम उठे ही तो वो पीछे न चले गए थे। फिर वहाँ से उन्होंने सीधी गोली अंधाधुंध फायर की, बस उसमें मेरे गोली लगी। कितने लोग थे? 10 और 15 है बीच। ਸ਼ੁਰੂਆਤੀ ਤਫਤੀਸ਼ ਵਿੱਚ ਸਾਹਮਣੇ ਆਇਆ ਕਿ ਕੁਝ ਦਿਨ ਪਹਿਲਾਂ ਹੋਏ ਇੱਕ ਝਗੜੇ ਦਾ ਬਦਲਾ ਲੈਣ ਦੇ ਮਕਸਦ ਨਾਲ ਇਹ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਫਿਲਹਾਲ ਮਾਮਲਾ ਤਾਂ ਦਰਜ ਕਰ ਲਿਆ ਹੈ, ਪਰ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। अभी बयान लिखन है और जो भी उचित कार्रवाई होगी कानूनी कार्रवाई कर जा रहे हैं। नहीं अभी तक ये नाम बता रहे हैं जिन आदमियों का 1-2 शक कराया है वो पार्टियां भेजी हुई हैं। ਜਿਸ ਤਰ੍ਹਾਂ ਨਾਲ ਬੇਖੌਫ ਬਦਮਾਸ਼ਾਂ ਨੇ ਇੱਕ ਸ਼ਖਸ ਨਾਲ ਬਦਲਾ ਲੈਣ ਦੇ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਤੋਂ ਸਾਫ਼ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਕਿੰਨੀ ਵਿਗੜ ਚੁੱਕੀ ਹੈ ਅਤੇ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਕਿਸੇ ਰੰਜਿਸ਼ ਦੇ ਤਹਿਤ ਜਾਨਲੇਵਾ ਹਮਲਾ ਕਰਨ ਦਾ ਕੋਈ ਮਾਮਲਾ ਸਾਹਮਣੇ ਆਇਆ ਹੋਵੇ। ਅਜਿਹੇ 'ਚ ਬਦਮਾਸ਼ਾਂ ਤੇ ਸ਼ਿਕੰਜਾ ਕੱਸਣਾ ਪੁਲਿਸ ਦੇ ਲਈ ਵੱਡੀ ਚੁਣੌਤੀ ਹੈ। ਰਾਜ ਟਾਕੀਆ, ਜ਼ੀ ਮੀਡੀਆ, ਰੋਹਤਕ। ਸੋ ਇਹ 2 ਤਸਵੀਰਾਂ ਨੇ ਬਿਆਨ ਕੀਤਾ ਕਿ ਕਿਵੇਂ ਲੋਕ ਗੁੱਸੇ ਦੇ ਵਿੱਚ ਆ ਕੇ ਆਪਣੀਆਂ ਸਾਰੀਆਂ ਹੱਦਾਂ ਭੁੱਲ ਜਾਂਦੇ ਨੇ ਤੇ ਹੈਵਾਨ ਬਣ ਜਾਂਦੇ ਨੇ। ਅਗਲਾ ਖੁਲਾਸਾ ਫਰੀਦਾਬਾਦ ਤੋਂ ਹੈ, ਜਿੱਥੇ ਰਿਸ਼ਤਿਆਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ। ਗ੍ਰੇਟਰ ਫਰੀਦਾਬਾਦ ਦੀ ਭਾਰਤ ਕਲੋਨੀ 'ਚ ਇੱਕ ਭਰਾ ਤੇ ਆਪਣੇ ਹੀ ਵੱਡੇ ਭਰਾ ਦੇ ਕਤਲ ਦੇ ਇਲਜ਼ਾਮ ਲੱਗੇ ਨੇ। ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮ ਭਰਾ ਨਾਬਾਲਗ ਹੈ ਤੇ 10ਵੀਂ ਜਮਾਤ 'ਚ ਪੜ੍ਹਦਾ ਹੈ। ਇਲਜ਼ਾਮ ਨੇ ਕਿ ਉਸਨੇ ਆਪਣੇ ਜੀਜੇ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ 'ਚ ਮੁਲਜ਼ਮ ਜੀਜੇ ਤੇਜਪਾਲ ਨੂੰ ਤਾਂ ਗ੍ਰਿਫਤਾਰ ਕਰ ਲਿਆ, ਪਰ ਭਰਾ ਮੋਹਿਤ ਅਜੇ ਫਰਾਰ ਹੈ। ਕਤਲ ਪਿੱਛੇ ਘਰੇਲੂ ਕਲੇਸ਼ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਸੂਰਜ ਆਪਣੀ ਮਾਂ ਦੇ ਨਾਲ ਝਗੜਾ ਕਰਦਾ ਸੀ, ਜਿਸ ਕਰਕੇ ਛੋਟੇ ਭਰਾ ਨੂੰ ਉਸ ਤੇ ਗੁੱਸਾ ਆਇਆ ਤੇ ਇਸੇ ਲਈ ਉਸਨੇ ਆਪਣੇ ਜੀਜੇ ਨਾਲ ਮਿਲ ਕੇ ਭਰਾ ਦਾ ਕਤਲ ਕਰ ਦਿੱਤਾ। ਸੋ ਫਰੀਦਾਬਾਦ 'ਚ ਇੱਕ ਭਰਾ ਦੂਜੇ ਭਰਾ ਦਾ ਦੁਸ਼ਮਣ ਬਣ ਗਿਆ ਤਾਂ ਗੁੜਗਾਉਂ 'ਚ ਇੱਕ ਭਰਾ ਆਪਣੇ ਭਰਾ ਦੀ ਮੌਤ ਦਾ ਇਨਸਾਫ ਮੰਗਣ ਲਈ ਠੋਕਰਾਂ ਖਾਣ ਨੂੰ ਮਜਬੂਰ ਹੈ। पूरा मामला की है, रिपोर्ट देखो। पुलिस कुछ नहीं कर रही, दिल्ली पुलिस बोल रही है, हरियाणा पुलिस बोल रही है, दिल्ली पुलिस। हम थाने में आए हैं तो ये बोल रहे हैं ये इसके अंडर है, वो बोल रहा है उसके अंडर है। एसीपी से बात हुई है, SHO से बात हुई है, वो बोल रहे हैं अभी हमारे थाने में 2.5 घंटे में यहाँ खड़े हो गए। बदमाशा ने कीता भरा दा कतल, लाश पई है हस्पताल दे विच, नहीं हो रहा पोस्टमार्टम। कतल दा मामला दर्ज करवाउण लई परिवार घंटियां तो इंतजार कर रहा है। इल्जाम है कि पुलिस ता सीमा विवादां विच उलझी है ते कोई भी कार्रवाई करन नूं तैयार ही नहीं। मामला पहले तो सेक्टर 9 और टीमस हॉस्पिटल में हमने कॉल की तो वहाँ 3 घंटे तक कोई पुलिस नहीं आती है। तो जब हम चक्का जाम करते हैं तो उसके बाद पुलिस आती है तो वो बोलती है कि गुड़गांव का केस है। अब गुड़गांव का केस उनको हैंडल कर दिया तो अब वो बोल रहे हैं कि सेक्टर 18 का केस है, और सेक्टर 18 वाले बोल रहे हैं कि उद्योग विभाग का केस है। कोई वो कार्रवाई नहीं हो रही है। जब
ਮਾਮਲਾ 24 ਸਾਲ ਦੇ ਅਮਿਤ ਡਬਾਸ ਨਾਮ ਦੇ ਇੱਕ ਨੌਜਵਾਨ ਦੇ ਕਤਲ ਦਾ ਹੈ ਜੋ ਗੁੜਗਾਉਂ ਤੋਂ ਦਵਾਰਕਾ ਲਈ ਚਾਰਟਰਡ ਬੱਸ ਚਲਾਉਂਦਾ ਸੀ। ਅਮਿਤ ਦੇ ਭਰਾ ਦੇ ਮੁਤਾਬਿਕ ਕੁਝ ਦਿਨ ਪਹਿਲਾਂ ਉਸ ਦੀ ਪ੍ਰਵੇਸ਼ ਨਾਮ ਦੇ ਇੱਕ ਸ਼ਖਸ ਨਾਲ ਬੱਸ ਦੇ ਟਾਈਮ ਨੂੰ ਲੈ ਕੇ ਬਹਿਸ ਹੋਈ ਸੀ ਤੇ ਇਸੇ ਰੰਜਿਸ਼ ਦਾ ਬਦਲਾ ਲੈਣ ਲਈ ਪ੍ਰਵੇਸ਼ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਅਮਿਤ ਦਾ ਕਤਲ ਕਰ ਦਿੱਤਾ। ਅਮਿਤ ਹਮੇਸ਼ਾ ਦੀ ਤਰ੍ਹਾਂ ਬੱਸ ਲੈ ਕੇ ਘਰ ਵਾਪਸ ਆ ਰਿਹਾ ਸੀ ਪਰ ਪ੍ਰਵੇਸ਼ ਨੇ ਉਸ ਨੂੰ ਰਸਤੇ ਵਿੱਚ ਰੋਕਿਆ ਤੇ ਸਿਰ ਤੇ ਰॉड ਨਾਲ हमला करके ਉਸ ਦਾ कत्ल कर देता। यहाँ पे आके एक कार और एक बस यहाँ आके रुकती है, उसके आगे उसके वहाँ रोड निकाल के उनके सर पे मारते हैं। वो फिर भी निकल जाते हैं बच के, आगे टोल क्रॉस करके फिर दोबारा उनके सर पे दोबारा 3-4 बार रोड मारी और जिससे वो वहीं गिर गए। हम यहाँ से पहुँचे, किसी कार मांग के उनको लेके गए, कार से ले गए तो वहाँ RTMS हॉस्पिटल में उनको मृत घोषित कर दिया गया। ਕਾਤਲਾਂ ਨੂੰ ਫੜਨਾ ਤਾਂ ਦੂਰ, ਇਲਜ਼ਾਮ ਹੈ ਕਿ ਪੁਲਿਸ ਮਾਮਲਾ ਦਰਜ ਕਰਨ ਨੂੰ ਵੀ ਤਿਆਰ ਨਹੀਂ ਹੈ। ਪਹਿਲਾਂ ਦਿੱਲੀ ਤੇ ਹਰਿਆਣਾ ਪੁਲਿਸ ਨੇ ਸੀਮਾ ਨੂੰ ਲੈ ਕੇ ਵਿਵਾਦ ਕੀਤਾ ਤੇ ਉਸ ਤੋਂ ਬਾਅਦ ਜਦੋਂ ਫੈਸਲਾ ਹੋ ਹੀ ਗਿਆ ਕਿ ਮਾਮਲਾ ਹਰਿਆਣਾ ਪੁਲਿਸ ਦਰਜ ਕਰੇਗੀ ਤਾਂ ਵੀ ਮੁਸ਼ਕਿਲਾਂ ਘੱਟ ਨਹੀਂ ਹੋਈਆਂ। ਇੱਥੇ ਵੀ ਹਰਿਆਣਾ ਪੁਲਿਸ 2 ਥਾਣਿਆਂ ਦੇ ਸੀਮਾ ਵਿਵਾਦ ਵਿੱਚ ਉਲਝ ਗਈ। पुलिस कुछ नहीं कर रही, दिल्ली पुलिस बोल रही है, हरियाणा पुलिस बोल रही है दिल्ली पुलिस। तो अभी दिल्ली वालों ने क्लियर कर दिया हरियाणा के अंदर फिर 2 थाने आ रहे हैं, उद्योग भी आ रहे हैं, एक सेक्टर 18 कुछ नंबर है, सही मुझे कुछ इतना पता नहीं इनके बारे में। हम थाने में आए हैं तो ये बोल रहे हैं ये इसके अंडर है, वो बोल रहा है उसके अंडर है। ACP से बात हुई है, SHO से बात हुई है, वो बोल रहे हैं अभी हमारे थाने में 2.5 घंटे में यहाँ खड़े हो गए। ਕਤਲ ਵਰਗੀ ਖੌਫਨਾਕ ਵਾਰਦਾਤ ਨੂੰ ਸ਼ਰੇਆਮ ਅੰਜਾਮ ਦਿੱਤਾ ਗਿਆ। ਇਹ ਵਾਰਦਾਤ ਸੁਰੱਖਿਆ ਇੰਤਜ਼ਾਮਾਂ ਤੇ ਤਾਂ ਸਵਾਲ ਖੜੇ ਕਰ ਹੀ ਰਹੀ ਹੈ। ਸਵਾਲ ਇਹ ਵੀ ਹੈ ਕਿ ਆਖਿਰ ਪੁਲਿਸ ਕਾਰਵਾਈ ਕਰਨ ਦੀ ਬਜਾਏ ਸੀਮਾ ਵਿਵਾਦ ਵਿੱਚ ਕਿਉਂ ਉਲਝ ਗਈ। ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ, ਗੁੜਗਾਉਂ। ਜੀਂਦ ਦੇ ਡਿਗਰੀ ਕਾਲਜ ਦੇ ਸਾਹਮਣੇ ਹੈਦਰਾਬਾਦ ਦੇ ਦਲਿਤ ਵਿਦਿਆਰਥੀ ਦੀ ਮੌਤ ਨੂੰ ਲੈ ਕੇ ਮੁਜ਼ਾਹਰਾ ਕਰ ਰਹੀਆਂ 2 ਵਿਦਿਆਰਥੀ ਜਥੇਬੰਦੀਆਂ ਦੇ ਵਿਚਾਲੇ ਤਕਰਾਰ ਹੋ ਗਈ। SFI ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਵਿਦਿਆਰਥੀਆਂ ਦੇ ਵਿਚਾਲੇ ਇੱਕ ਹੀ ਥਾਂ ਤੇ ਪੁਤਲਾ ਫੂਕਣ ਨੂੰ ਲੈ ਕੇ ਡਾਂਗਾਂ ਚੱਲੀਆਂ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਪਹਿਲਾਂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਸੀ, ਜਦਕਿ SFI ਇਸੇ ਥਾਂ ਤੇ RSS ਦਾ ਪੁਤਲਾ ਫੂਕਣਾ ਚਾਹੁੰਦੀ ਸੀ। ਇਸੇ ਗੱਲ ਨੂੰ ਲੈ ਕੇ ਦੋਵੇਂ ਵਿਦਿਆਰਥੀ ਜਥੇਬੰਦੀਆਂ ਦੇ ਵਿਚਾਲੇ ਹੰਗਾਮਾ ਹੋਇਆ ਅਤੇ ਦੋਵਾਂ ਵੱਲੋਂ ਇੱਕ ਦੂਜੇ ਤੇ ਡਾਂਗਾਂ ਭਰਾਈਆਂ ਗਈਆਂ। ਆਪਣੀ ਧਰੋਹਰ ਨੂੰ ਸਾਂਭ ਕੇ ਨਾ ਰੱਖ ਸਕਣ ਦਾ ਜੋ ਇਲਜ਼ਾਮ ਚੰਡੀਗੜ੍ਹ ਦੇ ਇੱਕ ਕਾਲਜ ਤੇ ਲੱਗਿਆ ਸੀ, ਉਸਨੇ ਕੌਮਾਂਤਰੀ ਪੱਧਰ ਤੇ ਨਾ ਸਿਰਫ ਚੰਡੀਗੜ੍ਹ ਬਲਕਿ ਪੂਰੇ ਮੁਲਕ ਦੀ ਇੱਜ਼ਤ ਤੇ ਦਾਗ ਲਗਾ ਦਿੱਤਾ ਸੀ। ਪਰ ਹੁਣ ਇਹ ਮਾਮਲਾ ਸੁਲਝਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲੀ ਕਾਰਬੂਜ਼ੀਅਰ ਦੀਆਂ ਬਣਾਈਆਂ ਗਈਆਂ ਐਂਟੀਕ ਕੁਰਸੀਆਂ ਬਰਾਮਦ ਕਰ ਲਈਆਂ ਗਈਆਂ ਨੇ। ਪੁਲਿਸ ਦੇ ਕਬਜ਼ੇ ਵਿੱਚ ਪਈਆਂ ਇਹ ਕੁਰਸੀਆਂ ਦੇਖਣ ਵਿੱਚ ਚਾਹੇ ਆਮ ਜੀਆਂ ਲੱਗ ਰਹੀਆਂ ਹੋਣ, ਪਰ ਇਹ ਉਹੀ ਕੁਰਸੀਆਂ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਚੰਡੀਗੜ੍ਹ ਪੁਲਿਸ ਦੀ ਨੀਂਦ ਉੱਡ ਗਈ ਸੀ। ਸਿਟੀ ਬਿਊਟੀਫੁਲ ਦਾ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਸੀ। ਇਹੀ ਉਹ ਐਂਟੀਕ ਕੁਰਸੀਆਂ ਨੇ ਜਿਨ੍ਹਾਂ ਨੂੰ ਸੈਕਟਰ 10 ਦੇ ਆਰਟਸ ਕਾਲਜ 'ਚ ਚੋਰੀ ਕੀਤਾ ਗਿਆ ਸੀ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗ ਵਿੱਚ 2 ਔਰਤਾਂ ਸਣੇ ਕੁੱਲ 6 ਲੋਕ ਸ਼ਾਮਲ ਨੇ, ਪਰ ਹਾਲੇ ਤੱਕ ਸਿਰਫ 2 ਮੁਲਜ਼ਮ ਸੁਨੀਲ ਅਤੇ ਫਕੀਰ ਚੰਦ ਹੀ ਪੁਲਿਸ ਦੇ ਹੱਥ ਚੜੇ ਨੇ, ਜਦਕਿ 4 ਫਰਾਰ ਨੇ। ਪੁਲਿਸ ਮੁਤਾਬਕ ਸਟੋਰ 'ਚੋਂ ਕੁਰਸੀਆਂ ਬਾਹਰ ਕੱਢਣ ਦਾ ਕੰਮ ਔਰਤਾਂ ਨੇ ਕੀਤਾ ਸੀ। ਸਵੀਟੀ ਐਂਡ ਸ਼ਕੀਲਾ 2 ਲੇਡੀਜ਼ ਨੇ 25 ਸੈਕਟਰ ਦੀਆਂ ਰਹਿਣ ਵਾਲੀਆਂ ਨੇ। ਬੇਸਿਕਲੀ ਜਿਹੜਾ ਸਭ ਤੋਂ ਪਹਿਲਾਂ ਆ ਕੇ ਤੋੜਿਆ ਐਂਡ ਚੇਅਰਸ ਬਾਹਰ ਕੱਢਣ ਦਾ ਕੰਮ ਉਹਨਾਂ ਨੇ ਕੀਤਾ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਫਕੀਰ ਚੰਦ ਕਬਾੜ ਦਾ ਕੰਮ ਕਰਦਾ ਹੈ ਅਤੇ ਉਸ ਨੂੰ ਮੁੰਬਈ ਤੋਂ ਫੋਨ ਆਇਆ ਸੀ ਕਿ ਜੇ ਕੋਈ ਐਂਟੀਕ ਫਰਨੀਚਰ ਹੋਵੇ ਤਾਂ ਸਾਨੂੰ ਵੇਚ ਦਿੱਤਾ ਜਾਵੇ। ਇਸ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿ ਬੰਬੇ ਤੋਂ ਇਹਨੂੰ ਕੋਈ ਫੋਨ ਆਉਂਦਾ ਸੀਗਾ ਕਿ ਤੁਸੀਂ ਕੋਈ ਹੈਰੀਟੇਜ ਦਾ ਫਰਨੀਚਰ ਹੋਏਗਾ ਤਾਂ ਜ਼ਰੂਰ ਦੱਸਿਓ ਸਾਨੂੰ। ਐਂਡ ਹਾਂ, ਉਹ ਆਪੇ ਨਾਲੇ ਹੁਣ ਜਦੋਂ ਇਹਨਾਂ ਨੂੰ ਅਜੇ ਕੰਟੈਕਟ ਉਹਨਾਂ ਨੇ ਕਰਨਾ ਸੀਗਾ ਔਰ ਉਹਨਾਂ ਨੇ ਆਪ ਹੀ ਕੰਟੈਕਟ ਕਰਨਾ ਸੀਗਾ। ਇਹਦੇ ਕੋਲੇ ਕੋਈ ਕੰਟੈਕਟ ਨੰਬਰ ਨਹੀਂ ਉਹਦਾ ਹੈਗਾ ਔਰ ਪਹਿਲਾਂ ਵੀ ਜਦੋਂ ਨਿਲਾਮੀ ਤੇ ਜਾਂਦਾ ਰਿਹਾ ਉਦੋਂ ਵੀ ਇਹਨੂੰ ਕਈ ਵਾਰੀ ਫੋਨ ਆਉਂਦਾ ਰਿਹਾ ਹੈ, ਬਟ ਇਹਦੇ ਕੋਲ ਕਦੀ ਸੀ ਨਹੀਂ ਅਜੇ ਤੱਕ ਜੋ ਇਹਨੇ ਦੱਸਿਆ ਹੈ। ਅਜੇ ਤਾਂ ਹੋ ਸਕਦਾ ਇਹਨੇ ਹੋਰ ਵੀ ਚੀਜ਼ਾਂ 'ਚ ਇਨਵੋਲਵਮੈਂਟ ਹੋਵੇ। ਪੁਲਿਸ ਨੇ 5 ਕੁਰਸੀਆਂ ਤਨਾਸ ਤੋਂ ਅਤੇ 5 ਕੁਰਸੀਆਂ ਕਾਂਸਰ ਤੋਂ ਬਰਾਮਦ ਕੀਤੀਆਂ ਨੇ, ਜਦਕਿ 5 ਕੁਰਸੀਆਂ ਹਾਲੇ ਬਰਾਮਦ ਹੋਣੀਆਂ ਬਾਕੀ ਨੇ। ਪੁਲਿਸ ਨੂੰ ਸ਼ੱਕ ਹੈ ਕਿ ਉਹ 5 ਕੁਰਸੀਆਂ ਉਹਨਾਂ ਦੋਨੋਂ ਔਰਤਾਂ ਦੇ ਕੋਲ ਹੋਣਗੀਆਂ
उसने इन्वेस्टिगेट करके फिर इन लोगों को आइडेंटिफाई किया है, जिसमें से अब तक हमें 10 जो हैं वो चेयर्स मिल चुकी हैं। जो 5 चेयर्स जो हैं हमने सुनील से रिकवर की हैं, 5 फकीर चंद से रिकवर की हैं, और बाकी की 5 हमें सस्पेक्टेड है कि उन लेडीज़ के पास है, जो अरेस्ट करने के बाद उनसे हम रिकवर करेंगे। ਚੰਡੀਗੜ੍ਹ ਵਿੱਚ ਬੇਸ਼ਕੀਮਤੀ ਸਮਾਨ ਦੀ ਇਹ ਕੋਈ ਪਹਿਲੀ ਚੋਰੀ ਨਹੀਂ ਸੀ। ਕੁਝ ਮਹੀਨੇ ਪਹਿਲਾਂ ਵੀ ਅਜਿਹੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਬੇਸ਼ੱਕ ਹੁਣੇ ਐਂਟੀਕ ਫਰਨੀਚਰ ਬਰਾਮਦ ਕਰ ਲਿਆ ਗਿਆ ਹੈ, ਪਰ ਸਵਾਲ ਹਾਲੇ ਵੀ ਬਰਕਰਾਰ ਹੈ ਕਿ ਇੰਨੇ ਕੀਮਤੀ ਫਰਨੀਚਰ ਦੀ ਸੁਰੱਖਿਆ ਵਿੱਚ ਲਾਪਰਵਾਹੀ ਕਿਉਂ ਵਰਤੀ ਗਈ, ਕਿਉਂਕਿ ਬੜੀ ਆਸਾਨੀ ਦੇ ਨਾਲ ਚੋਰ ਇਹ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਸਨ। ਚੰਡੀਗੜ੍ਹ ਤੋਂ ਰਵਿੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਜ਼ੀ ਮੀਡੀਆ। ਹਰਿਆਣਾ 'ਚ ਚੋਣਾਂ ਭਾਵੇਂ ਖਤਮ ਹੋ ਗਈਆਂ ਹੋਣ, ਪਰ ਚੋਣ ਰੰਜਿਸ਼ ਅਜੇ ਵੀ ਬਰਕਰਾਰ ਹੈ ਤੇ ਇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੋਨੀਪਤ ਤੋਂ। ਕੀ ਹੈ ਪੂਰਾ ਮਾਮਲਾ, ਤੁਸੀਂ ਦੇਖੋ ਇਹ ਰਿਪੋਰਟ ਤੇ ਮੈਨੂੰ ਦਿਓ ਇਜਾਜ਼ਤ। ਆਪਣੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਦਿਖਾ ਰਹੇ ਇਹ ਲੋਕ ਅਤੇ ਡਰੀਆਂ ਸਹਿਮੀਆਂ ਇਹ ਔਰਤਾਂ ਸ਼ਿਕਾਰ ਹੋਈਆਂ ਨੇ ਦਬੰਗਾਂ ਦੇ ਗੁੱਸੇ ਦਾ। ਇਲਜ਼ਾਮ ਨੇ ਕਿ ਗੁੱਸੇ ਵਿੱਚ ਆਏ ਬਦਮਾਸ਼ਾਂ ਨੇ ਨਾ ਸਿਰਫ ਇਸ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ, ਸਗੋਂ ਔਰਤਾਂ ਦੇ ਨਾਲ ਵੀ ਕੁੱਟਮਾਰ ਅਤੇ ਹੱਥੋਂ-ਪਾਈ ਕੀਤੀ। ਮਾਮਲਾ ਪਾਣੀਪਤ ਦੇ ਡਿਡਵਾਡੀ ਦਾ ਹੈ, ਜਿੱਥੇ 20 ਤੋਂ 25 ਲੋਕ ਸੋਟੀਆਂ ਅਤੇ ਡਾਂਗਾਂ ਦੇ ਨਾਲ ਘਰ ਵਿੱਚ ਆਏ ਅਤੇ ਪਰਿਵਾਰ ਤੇ ਹਮਲਾ ਕਰ ਦਿੱਤਾ। ਇਲਜ਼ਾਮ ਨੇ ਕਿ ਸਰਪੰਚ ਅਹੁਦੇ ਦੀਆਂ ਚੋਣਾਂ 'ਚ ਹਾਰੇ ਹੋਏ ਉਮੀਦਵਾਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਪਰਿਵਾਰ ਤੇ ਇਸ ਲਈ ਹਮਲਾ ਕੀਤਾ ਕਿਉਂਕਿ ਇਹਨਾਂ ਨੇ ਉਸ ਨੂੰ ਵੋਟ ਨਹੀਂ ਪਾਈ ਸੀ। वोट के चक्कर में था ये गाली गलौज कट लगे कमेंट से मार लूप अगर लिंक तना बाहर कर देगा हम तो वोट में भी मेरे मार समझ गए। रात को भी आए तो लट रखा गए, रात भी हमने आपका दो मनाए, सवेरे फिर आ लिए। वो हमारे घर में घुसे और हमारे साथ मारपीट करी, हमारी घर में माँ बेटी थी उनके साथ भी छेड़खानी करी। कौन थे? गाँव के थे। क्यों करा? रात भी झगड़ा हुआ था, राय बाबत हुआ था। किस चीज की राय? वोट डालने की बाबत हुआ है। किस चीज के चुनाव थे? सरपंच की। आपने वोट नहीं दी थी उनको? और इसी बात पे आपने वोट नहीं दी, इसी बात पे झगड़ा हुआ। ਪੁਲਿਸ ਨੇ ਇਸ ਮਾਮਲੇ ਵਿੱਚ 23 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਪਰ गिरफ्तारी ਹਾਲੇ तक किसी ਦੀ भी नहीं हुई है। ये डिडवाड़ी में आज सुबह कुछ लोगों को आपस में झगड़ा हो गया था, जिसमें एक खास जो है दलित है और एक जाति से बिलोंग करते हैं। इनका चुनावों में वोटों के रंजिश के कारण झगड़ा हुआ, जिसमें जो लोग हैं 23 लोग नामजद हैं, इनके खिलाफ FIR दर्ज कर दी गई है। इन लोगों ने जो है दलितों के घर पर जाकर इनके साथ मारपीट की और इनके जो लेडीज हैं उनके साथ भी हाथापाई की। ਪੀੜਤ ਪਰਿਵਾਰ ਇਸ ਵਾਰਦਾਤ ਦੇ ਬਾਅਦ ਸਹਿਮਿਆ ਹੋਇਆ ਹੈ ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਪੁਲਿਸ ਕਾਰਵਾਈ ਦਾ ਭਰੋਸਾ ਦੇ ਰਹੀ ਹੈ, ਪਰ ਹਾਲੇ ਤੱਕ ਕੋਈ ਵੀ ਬਦਮਾਸ਼ ਪੁਲਿਸ ਦੇ ਹੱਥ ਨਹੀਂ ਚੜਿਆ ਹੈ, ਤਾਂ ਅਜੇ ਵਿੱਚ ਪਰਿਵਾਰ ਦਾ ਖੌਫ ਬਰਕਰਾਰ ਹੈ। ਪਾਣੀਪਤ ਤੋਂ ਰਾਜੇਸ਼ ਖੱਤਰੀ ਦੇ ਨਾਲ ਬਿਊਰੋ ਰਿਪੋਰਟ ਜ਼ੀ ਮੀਡੀਆ।